ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਗੱਲ ਕਰਾਂਗੇ ਜੀ ਮੌਜੂਦਾ ਜੋ ਹੁਣ ਤਾਜ਼ਾ ਅੰਕੜੇ ਕੀ ਆਏ ਨੇ ਪੰਜਾਬ ਦੀ ਸਥਿਤੀ ਨੂੰ ਲੈ ਕੇ। ਬਹੁਤ ਹੀ ਚਿੰਤਾਜਨਕ ਅੰਕੜੇ ਜੋ ਦੁਪਹਿਰ ਤੱਕ ਅੱਜ 3 ਮਈ ਹੈ ਤੇ ਅੱਜ ਦੁਪਹਿਰ ਤੱਕ ਦੇ ਜੋ ਅੰਕੜੇ ਨੇ ਸਭ ਨੂੰ ਚਿੰਤਾ ਵਿੱਚ ਪਾਉਣ ਵਾਲੇ ਨੇ। ਪੰਜਾਬ ਦੇ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 1045 ਹੋ ਗਈ ਹੈ, ਯਾਨੀ 1000 ਦਾ ਅੰਕੜਾ ਪਾਰ ਹੋ ਚੁੱਕਿਆ ਹੈ। 1045 ਜੋ ਪੋਜ਼ਿਟਿਵ ਕੇਸ ਹੁਣ ਤੱਕ ਪਾਏ ਗਏ ਨੇ। ਹਲੇ ਵੀ ਹੋਰ ਜੋ ਕੇਸ ਦੀ ਰਿਪੋਰਟ ਆਣੀ ਬਾਕੀ ਹੈ। ਟੈਸਟਿੰਗ ਲਈ ਜੋ ਸੈਂਪਲਸ ਗਏ ਹੋਏ ਨੇ ਉਹਨਾਂ ਵਿੱਚ ਬਹੁਤ ਦੀ ਹਲੇ ਰਿਪੋਰਟ ਆਣੀ ਬਾਕੀ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਹੁਣੇ ਲਗਾਤਾਰ ਕੇਸਿਸ ਵਧਦੇ ਜਾ ਰਹੇ ਨੇ, ਚਿੰਤਾ ਜੋ ਹੈ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਈ ਹੈ ਪੰਜਾਬ ਸਰਕਾਰ ਦੇ ਲਈ ਵੀ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਦੀ ਸਥਿਤੀ ਜ਼ਰੂਰ ਲੱਗ ਰਹੀ ਹੈ। ਕਿਉਂਕਿ ਅਗਰ ਅਸੀਂ ਇਕੱਲੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਤੇ ਇਕੱਲੇ ਅੰਮ੍ਰਿਤਸਰ ਦੇ ਵਿੱਚ 208 ਪੋਜ਼ਿਟਿਵ ਮਾਮਲੇ ਆ ਗਏ ਨੇ, ਜਿਸ ਕਰਕੇ ਹੁਣ ਅਸੀਂ ਮੰਨ ਸਕਦੇ ਹਾਂ ਕਿ ਜੋ ਅੰਮ੍ਰਿਤਸਰ ਹੈ ਉਹ ਵੀ ਹੁਣ ਰੈੱਡ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਤੇ ਜਿੱਥੇ ਜਿੱਥੇ ਜ਼ਿਆਦਾ ਕੇਸਿਸ ਨੇ ਉਸ ਨੂੰ ਕੰਟੇਨਮੈਂਟ ਏਰੀਆ ਵਿੱਚ ਐਲਾਨਿਆ ਜਾਏਗਾ। ਪਰ ਨਾਲ ਦੀ ਨਾਲ ਇੱਥੇ ਗੱਲ ਇਹੀ ਆ ਰਹੀ ਹੈ ਕਿ ਜਿੰਨੇ ਸ਼ਰਧਾਲੂ ਆਏ ਨੇ, ਆਖਿਰ ਕਿੱਥੇ ਗਲਤੀ ਰਹੀ ਕਿ ਇਹ ਸ਼ਰਧਾਲੂਆਂ ਦੇ ਵਿੱਚ ਹੁਣ ਕਰੋਨਾ ਪੋਜ਼ਿਟਿਵ ਕੇਸਿਸ ਜ਼ਿਆਦਾਤਰ ਜੋ ਹੈ ਦੇਖੇ ਜਾ ਰਹੇ ਨੇ। ਜਲੰਧਰ ਦੀ ਗੱਲ ਕਰ ਲਈਏ, ਜਲੰਧਰ ਦੇ ਵਿੱਚ 120 ਪੋਜ਼ਿਟਿਵ ਕੇਸ ਨੇ ਹੁਣ ਤੱਕ, ਅਗਰ ਅਸੀਂ 3 ਮਈ ਦੁਪਹਿਰ ਤੱਕ ਦੀ ਗੱਲ ਕਰ ਰਹੇ ਹਾਂ। ਲੁਧਿਆਣਾ ਵਿੱਚ 117 ਪੋਜ਼ਿਟਿਵ ਕੇਸ ਨੇ, ਨਵਾਂ ਸ਼ਹਿਰ ਦੇ ਵਿੱਚ 85 ਨੇ, ਕਪੂਰਥਲਾ ਦੇ ਵਿੱਚ 13 ਪੋਜ਼ਿਟਿਵ ਕੇਸ ਨੇ, ਰੋਪੜ ਦੇ ਵਿੱਚ 2, ਹੁਸ਼ਿਆਰਪੁਰ ਦੇ ਵਿੱਚ 84 ਜੋ ਪੋਜ਼ਿਟਿਵ ਕੇਸ ਹੁਣ ਤੱਕ ਪਾਏ ਗਏ ਨੇ, ਤਰਨਤਾਰਨ ਦੇ ਵਿੱਚ 14, ਮੁਹਾਲੀ ਦੇ ਵਿੱਚ 93 ਨੇ, ਪਟਿਆਲਾ ਦੇ ਵਿੱਚ ਵੀ 90 ਨੇ। ਇਸੇ ਤਰੀਕੇ ਨਾਲ ਜੋ ਸਾਰੀ ਲਿਸਟ ਹੈ ਅਸੀਂ ਦੇਖ ਰਹੇ ਹਾਂ, ਹੁਣ ਇਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਬਚਿਆ ਹੈ ਜਿੱਥੇ ਕੋਈ ਕਰੋਨਾ ਪੋਜ਼ਿਟਿਵ ਕੇਸ ਨਾ ਹੋਵੇ। ਸੋ ਬਹੁਤ ਹੀ ਚਿੰਤਾ ਦਾ ਵਿਸ਼ਾ ਜੋ ਅਸੀਂ ਬਾਰ-ਬਾਰ ਕਹਿ ਰਹੇ ਹਾਂ। ਇਸ ਸਮੇਂ ਦੇ ਵਿੱਚ ਲੋਕਾਂ ਦਾ ਇਹਤਿਆਤ, ਆਪਣੇ ਆਪ ਨੂੰ, ਆਪਣੀ ਫੈਮਲੀਜ਼ ਨੂੰ ਲੈ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਜਿਵੇਂ ਕਿ ਹੁਣ ਸਾਰੇ ਜਾਣਦੇ ਹਾਂ ਕਿ ਜੋ ਥੋੜੀ ਖੁੱਲ੍ਹ ਦਿੱਤੀ ਗਈ ਹੈ ਔਰੇਂਜ ਅਤੇ ਗ੍ਰੀਨ ਜ਼ੋਨਸ ਦੇ ਵਿੱਚ, ਉੱਥੇ ਅਗਰ ਤੁਸੀਂ ਹੁਣ ਬਾਹਰ ਦੁਕਾਨਾਂ ਵਿੱਚ ਜਾਂਦੇ ਹੋ ਜਾਂ ਕਿਸੇ ਜ਼ਰੂਰੀ ਕੰਮ ਲਈ ਜੋ ਛੋਟ ਦੇ ਦੌਰਾਨ ਜਾਂਦੇ ਹੋ ਤਾਂ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ ਤਾਂ ਕਿ ਜੋ ਹੈ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਜੋ ਗਿਣਤੀ ਇੰਨੀ ਤੇਜ਼ੀ ਦੇ ਨਾਲ ਹੁਣ ਵੱਧ ਰਹੀ ਹੈ, ਪਿਛਲੇ 24 ਘੰਟਿਆਂ ਵਿੱਚ ਹੀ ਜੋ ਅੰਕੜਾ ਬਹੁਤ ਤੇਜ਼ੀ ਦੇ ਨਾਲ ਵਧਿਆ ਹੈ, ਉਹ ਵੀ ਹਲੇ ਇੱਥੇ ਗੰਭੀਰ ਹੋਰ ਜੋ ਮੁੱਦਾ ਹੈ ਕਿ ਹਲੇ ਤਾਂ ਕਈਆਂ ਦੇ ਜੋ ਰਿਪੋਰਟਸ ਆਣੀਆਂ ਬਾਕੀ ਨੇ, ਉਸ ਤੋਂ ਬਾਅਦ ਇਹ ਜੋ ਅੰਕੜਾ ਹੋਰ ਵੀ ਤੇਜ਼ੀ ਨਾਲ ਸ਼ਾਮ ਤੱਕ ਹੀ ਬਦਲ ਸਕਦਾ ਹੈ। ਅਗਰ ਗੱਲ ਕਰੀਏ ਕੱਲ ਜੋ ਕੈਬਨਿਟ ਦੀ, ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ, ਉਸ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਉਸ ਨੂੰ ਲੈ ਕੇ ਵੀ ਦੱਸ ਦਈਏ ਕਿ ਜੋ ਪਹਿਲਾ ਸਮਾਂ ਸੀਗਾ ਖੁੱਲ੍ਹ ਦੇਣ ਦਾ, ਉਹ ਸੀਗਾ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ। ਉਸ ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਨੇ। ਹੁਣ ਜੋ ਨਵੇਂ ਟਾਈਮਿੰਗਸ ਨੇ ਇਸ ਖੁੱਲ੍ਹ ਦੇ, ਇਸ ਰਾਹਤ ਦੇ, ਉਹ ਰਹਿਣਗੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ। ਪਰ ਇੱਥੇ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਜੋ ਇਹ ਖੁੱਲ੍ਹ ਦਿੱਤੀ ਜਾਏਗੀ ਉਹ ਸਿਰਫ ਔਰ ਸਿਰਫ ਔਰੇਂਜ ਅਤੇ ਗ੍ਰੀਨ ਜ਼ੋਨ ਦੇ ਵਿੱਚ ਹੋਏਗੀ। ਰੈੱਡ ਜ਼ੋਨ ਦੇ ਵਿੱਚ ਬਿਲਕੁਲ ਵੀ ਖੁੱਲ੍ਹ ਨਹੀਂ ਮਿਲੇਗੀ। ਕੰਟੇਨਮੈਂਟ ਏਰੀਆ ਜਿਹੜੇ ਹੈ ਉੱਥੇ ਉਸੇ ਤਰੀਕੇ ਨਾਲ ਸਖਤੀ ਬਰਕਰਾਰ ਰਹੇਗੀ ਤੇ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਫ਼ ਤੌਰ ਤੇ ਇਹ ਵੀ ਗੱਲ ਕਹੀ ਗਈ ਹੈ, ਜਿੰਨਾ ਚਿਹਰੇ ਖੁੱਲ੍ਹ ਦਿੱਤੀ ਗਈ ਹੈ ਉਸ ਦੇ ਵਿੱਚ ਵੀ ਲੋਕਾਂ ਨੂੰ ਆਪਣੀ ਸ਼ਰਤਾਂ ਦੇ ਹਿਸਾਬ ਨਾਲ, ਜੋ ਸਰਕਾਰ ਵੱਲੋਂ ਸ਼ਰਤਾਂ ਦਿੱਤੀਆਂ ਗਈਆਂ ਕਿ ਚਿਹਰੇ ਤੇ ਮਾਸਕ ਲਗਾਉਣਾ ਬਹੁਤ ਜ਼ਰੂਰੀ ਰਹੇਗਾ, ਬਹੁਤ ਹੀ ਜ਼ਿਆਦਾ ਜ਼ਰੂਰੀ ਰਹੇਗਾ। ਇਹ ਸਿਰਫ ਇਸ ਲਈ ਨਹੀਂ ਹੈ ਕਿ ਸਰਕਾਰ ਨੇ ਸਾਨੂੰ ਹੁਕਮ ਦਿੱਤੇ ਨੇ ਜਾਂ ਬਹੁਤ ਜ਼ਰੂਰੀ ਉਹਨਾਂ ਨੇ ਕਰ ਦਿੱਤਾ ਹੈ, ਸਾਡੀ ਆਪਣੀ ਪ੍ਰੋਟੈਕਸ਼ਨ ਹੈ। ਫੇਸ ਤੇ ਮਾਸਕ ਲਗਾ ਕੇ ਚਲੋ। ਇਨ ਕੇਸ ਅਗਰ ਤੁਸੀਂ ਮਾਸਕ ਲਗਾ ਕੇ ਨਹੀਂ ਜਾਂਦੇ ਤਾਂ ਹੁਣ ਚਲਾਨ ਵੀ ਕੱਟੇ ਜਾਣਗੇ, ਜੋ ਸਾਫ਼ ਤੌਰ ਤੇ ਕੱਲ ਦੀ ਜੋ ਕੈਬਨਿਟ ਮੀਟਿੰਗ ਹੋਈ ਹੈ ਉਸ ਦੇ ਵਿੱਚ ਸਾਫ਼ ਕੀਤਾ ਗਿਆ। ਹੋ ਤੁਹਾਨੂੰ ਦੱਸ ਦਿਆਂ ਕਿ ਕੱਲ ਦੀ ਕੈਬਨਿਟ ਮੀਟਿੰਗ ਵਿੱਚ ਕੀ ਚੀਜ਼ਾਂ ਖਾਸ ਰਹੀਆਂ ਕਰੋਨਾ ਵਾਇਰਸ ਦੀ ਇਸ ਜੰਗ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦੇ ਲਈ। ਤੇ ਇਹ ਗੱਲ ਸਾਫ਼ ਕੀਤੀ ਗਈ ਹੈ ਕਿ 15 ਮਈ ਤੱਕ ਜੋ ਹੈ ਰੋਜ਼ਾਨਾ 6000 ਕਰੋਨਾ ਦੇ ਜੋ ਟੈਸਟ ਦੀ ਗਿਣਤੀ ਰੱਖੀ ਜਾਏਗੀ। ਸਿਹਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਪੂਰੀ ਤਿਆਰੀ ਕਰ ਲਓ ਕਿ ਜਿਸ ਤਰੀਕੇ ਨਾਲ ਅਸੀਂ ਇਹ ਚੀਜ਼ਾਂ ਮੈਨੇਜ ਕਰੀਏ ਕਿ 6000 ਹਰ ਰੋਜ਼ ਦੇ ਟੈਸਟ ਹੋਣੇ ਚਾਹੀਦੇ ਨੇ 15 ਮਈ ਤੱਕ, ਤਾਂ ਕਿ ਬਿਲਕੁਲ ਹੀ ਪਤਾ ਲਗਾਇਆ ਜਾ ਸਕੇ, ਕਿਤੇ ਵੀ ਕੋਈ ਗਲਤੀ ਨਹੀਂ ਰਹਿਣੀ ਚਾਹੀਦੀ। ਇਸੇ ਕਰਕੇ ਇਹ ਗਿਣਤੀ ਵਧਾਈ ਗਈ ਹੈ ਕਿ 6000 ਹਰ ਰੋਜ਼ ਦਾ ਟੈਸਟ ਹੋਣਾ ਚਾਹੀਦਾ। ਇਸ ਦੇ ਨਾਲ ਹੀ ਲੈਬਸ ਵਧਾਉਣ ਦੀ ਵੀ ਗੱਲ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ 7 ਟੈਸਟਿੰਗ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਾਲ ਦੀ ਨਾਲ ਜੋ ਡਾਕਟਰ ਲਾਲ ਪੈਥ ਲੈਬਸ ਹੈ ਉਹਨਾਂ ਨੂੰ ਵੀ ਹੁਣ ਜੋ ਹੈ ਟੈਸਟਿੰਗ ਦੀ ਮਨਜ਼ੂਰੀ ਦਿੱਤੀ ਗਈ ਹੈ। ਸਭ ਚੀਜ਼ਾਂ ਇਸ ਲਈ ਕੀਤੀਆਂ ਜਾ ਰਹੀਆਂ ਕਿਉਂਕਿ ਬੁਨਿਆਦੀ ਚੀਜ਼ ਇਹੀ ਹੈ, ਟੈਸਟਿੰਗ। ਜਿੰਨੀ ਜ਼ਿਆਦਾ ਟੈਸਟਿੰਗ ਹੋਏਗੀ ਉਨਾ ਹੀ ਜ਼ਿਆਦਾ ਪਤਾ ਚੱਲੇਗਾ ਕਿ ਕਿੰਨੇ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸ ਨੇ, ਤੇ ਜਿੰਨੀ ਜਲਦੀ ਪਤਾ ਲੱਗ ਜਾਏਗਾ ਕਿਸੇ ਦੇ ਪੋਜ਼ਿਟਿਵ ਹੋਣ ਦਾ, ਉਸ ਨੂੰ ਇਕਾਂਤਵਾਸ ਕੀਤਾ ਜਾ ਸਕੇਗਾ ਤੇ ਉਹ ਬੰਦਾ ਉਨਾ ਹੀ ਘੱਟ ਹੋਰ ਲੋਕਾਂ ਦੇ ਜੋ ਹੈ ਸੰਪਰਕ ਵਿੱਚ ਆਏਗਾ ਤੇ ਹੋਰ ਲੋਕਾਂ ਵਿੱਚ ਨਹੀਂ ਫੈਲ ਸਕੇਗਾ। ਸੋ ਜੋ 15 ਮਈ ਤੱਕ ਰੋਜ਼ਾਨਾ 6000 ਟੈਸਟਿੰਗ ਦੀ ਗੱਲ ਕਹੀ ਗਈ ਹੈ ਸਿਹਤ ਵਿਭਾਗ ਨੂੰ। ਨਾਲ ਦੀ ਨਾਲ
ਜੋ ਇਸ ਕੈਬਨਿਟ ਮੀਟਿੰਗ ਦੇ ਵਿੱਚ ਸਿਹਤ ਵਿਭਾਗ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਕੱਲ ਨੂੰ ਕਿਸੇ ਵੱਡੀ ਗੰਭੀਰ ਸਥਿਤੀ ਦੇ ਨਾਲ ਕਿਸ ਤਰ੍ਹਾਂ ਲੜਾਈ ਲੜਨੀ ਹੈ, ਉਸ ਦੇ ਲਈ ਵੀ ਉਹ ਆਪਣੀ ਤਿਆਰੀ ਕਰਕੇ ਚੱਲਣ ਕਿ ਆਪਾਂ ਟੈਸਟਿੰਗ ਦੀ ਰੇਂਜ ਅਗਰ ਵਧਾ ਰਹੇ ਹਾਂ ਤਾਂ ਉਸਦੇ ਰਿਜ਼ਲਟਸ ਨੂੰ ਲੈ ਕੇ ਉਸਦਾ ਜਿਵੇਂ ਹੀ ਉਸਦੀ ਰਿਪੋਰਟ ਆਉਂਦੀ ਹੈ, ਇਹਨਾਂ ਸਭ ਜੋ ਕੰਮ ਜੋ ਵੀ ਇਸ ਨਾਲ ਰਿਲੇਟਡ ਹੁੰਦਾ ਹੈ ਉਹਨਾਂ ਦੇ ਵਿੱਚ ਤੇਜ਼ੀ ਦੇ ਨਾਲ ਕੰਮ ਕੀਤਾ ਜਾਏ। ਖਾਸ ਤੌਰ ਤੇ ਕਿਹਾ ਤਾਂ ਕਿ ਕੱਲ ਨੂੰ ਅਗਰ ਕੋਈ ਭਿਆਨਕ ਸਥਿਤੀ ਆਉਂਦੀ ਹੈ ਉਸਦੇ ਨਾਲ ਨਜਿੱਠਣ ਲਈ ਵੀ ਸਿਹਤ ਵਿਭਾਗ ਬਿਲਕੁਲ ਤਿਆਰ ਰਹੇ। ਤੇ ਨਾਲ ਦੇ ਨਾਲ ਜੋ ਇੱਕ ਚੀਜ਼ ਹੈ ਕਿ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਸ ਐਕਟ 1962 ਇਸ ਦੇ ਵਿੱਚ ਵੀ ਸੋਧਾਂ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਇਸ ਦੇ ਅਕੋਰਡਿੰਗਲੀ ਜਿੰਨੇ ਵੀ ਕੈਦੀ ਜੇਲ੍ਹਾਂ ਵਿੱਚ ਨੇ ਜਿਨ੍ਹਾਂ ਨੂੰ 7 ਸਾਲ ਜਾਂ ਉਸ ਤੋਂ ਘੱਟ ਦੀ ਸਜ਼ਾ ਹੋਈ ਹੈ ਉਹਨਾਂ ਨੂੰ 16 ਮਹੀਨਿਆਂ ਦੀ ਪੈਰੋਲ ਦੀ ਮਿਆਦ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋ ਇਹ ਜੋ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਕਿਉਂਕਿ ਅਸੀਂ ਜਾਣਦੇ ਹਾਂ ਪਿੱਛੇ ਇੱਕ ਮਾਮਲਾ ਆਇਆ ਸੀ, ਇੱਕ ਜੇਲ੍ਹ ਦੇ ਵਿੱਚ ਇੱਕ ਮਹਿਲਾ ਕੈਦੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਸੀ। ਸੋ ਹੁਣ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਹੀ ਚੀਜ਼ਾਂ ਨੂੰ ਮੈਨੇਜ ਕਰਨ ਦੀ ਪੰਜਾਬ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਕਿਤੇ ਨਾ ਕਿਤੇ ਅਗਰ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਸਦੇ ਵੱਡੇ ਖਾਮਿਆਜ਼ੇ ਵੀ ਜ਼ਰੂਰ ਦੇਖਣੇ ਪੈਂਦੇ ਨੇ। ਅਸੀਂ ਅਗਰ ਗੱਲ ਕਰੀਏ ਜਿੰਨੇ ਵੀ ਸ਼ਰਧਾਲੂਆਂ ਦੀ ਅਗਰ ਗੱਲ ਹੋ ਰਹੀ ਹੈ, ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਸਿੱਧੂ, ਉਹਨਾਂ ਨੇ ਬਾਅਦ ਵਿੱਚ ਜਦ ਇਹ ਗੱਲ ਕੀਤੀ ਕਿ ਉਹਨਾਂ ਨੂੰ ਲੱਗਿਆ ਕਿ ਟੈਸਟ ਹੋਏ ਨੇ ਜਦੋਂ ਗੱਲ ਹੋਈ, ਪਰ ਜਦ ਉੱਥੇ ਉਹਨਾਂ ਨੇ ਚਿੱਠੀ ਲਿਖ ਕੇ ਨੰਦੇੜ ਦੇ ਜਾਂ ਮਹਾਰਾਸ਼ਟਰ ਦੇ ਅਧਿਕਾਰੀਆਂ ਨੂੰ ਪੁੱਛਿਆ ਤਾਂ ਉੱਥੇ ਕਲੀਅਰ ਗੱਲ ਹੋਈ ਕਿ ਟੈਸਟਿੰਗ ਹੋਈ ਹੀ ਨਹੀਂ, ਉਹਨਾਂ ਵੱਲੋਂ ਕੋਈ ਵੀ ਅਧਿਕਾਰਿਕ ਸੂਚਨਾ ਉੱਧਰੋਂ ਨਹੀਂ ਮਿਲੀ। ਸੋ ਇੱਥੇ ਬਹੁਤ ਜ਼ਰੂਰੀ ਸੀ ਕਿ ਜੋ ਅਸੀਂ ਪਹਿਲਾਂ ਵੀ ਨਿਰਪੱਖ ਪੁਲਿਸ ਦੇ ਜ਼ਰੀਏ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਹਿਲਾਂ ਹੀ ਇਹ ਡਿਊਟੀ ਬਣਦੀ ਸੀ ਪੰਜਾਬ ਸਰਕਾਰ ਦੀ ਕਿ ਉਹ ਆਪਣੀ ਅਲੱਗ ਤੋਂ ਡਾਕਟਰਾਂ ਦੀ ਟੀਮ ਉੱਥੇ ਲੈ ਕੇ ਜਾਂਦੇ, ਸਾਰਿਆਂ ਦਾ ਹੀ ਆਪਣੇ ਤੌਰ ਤੇ ਟੈਸਟ ਕਰਦੇ, ਜੋ ਰਿਪੋਰਟਸ ਆਉਂਦੀਆਂ ਉਸ ਹਿਸਾਬ ਨਾਲ ਅਗਰ ਸਾਰੇ ਸਹੀ ਸੀ ਤਾਂ ਵੀ ਉਹਨਾਂ ਨੂੰ ਕੁਝ ਖਾਸ ਡਾਕਟਰਾਂ ਦੀ ਦੇਖਰੇਖ ਵਿੱਚ ਇੱਥੇ ਲੈ ਕੇ ਆਇਆ ਜਾਂਦਾ। ਜੇ ਹੁਣ ਕਿਉਂਕਿ ਗੱਲਾਂ ਆ ਰਹੀਆਂ ਕਿ ਰਸਤੇ ਵਿੱਚ ਹੋ ਗਿਆ ਜਾਂ ਪੰਜਾਬ ਐਂਟਰ ਕਰਦਿਆਂ ਹੋਇਆ ਕਿਸੇ ਨੂੰ ਇੱਕ ਨੂੰ ਹੋ ਗਿਆ, ਕਈਆਂ ਨੂੰ ਸੰਪਰਕ ਵਿੱਚ ਆਣਾ ਜਾਂ ਕਈਆਂ ਨੂੰ ਇੱਕਦਮ ਕਿਵੇਂ ਹੋਇਆ, ਸੋ ਇਹ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਨਾਲ ਜਾਣੀ ਬਹੁਤ ਜ਼ਰੂਰੀ ਸੀ। ਸ਼ੁਰੂਆਤੀ ਟੈਸਟ ਹੋਏ ਹੁੰਦੇ ਤਾਂ ਗੱਲ ਸਾਰੀ ਉੱਥੇ ਕਲੀਅਰ ਹੋ ਜਾਂਦੀ। ਸੋ ਹੁਣ ਅੱਗੇ ਇਸੇ ਚੀਜ਼ ਨੂੰ ਵੇਖਦੇ ਹੋਏ ਪੰਜਾਬ ਮੰਤਰੀ ਮੰਡਲ ਦੀ ਜੋ ਕੱਲ ਮੀਟਿੰਗ ਹੋਈ ਹੈ ਉਸ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਨੇ ਇਹ ਵੀ ਗੱਲ ਕਹੀ ਹੈ ਕਿ ਜਿੰਨੇ ਵੀ ਬਾਹਰਲੇ ਸੂਬਿਆਂ ਤੋਂ ਪੰਜਾਬੀ ਹੀ ਭਾਵੇਂ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ, ਉਹਨਾਂ ਸਭ ਦੇ ਹੀ ਟੈਸਟ ਹੋਣੇ ਬਹੁਤ ਜ਼ਰੂਰੀ ਨੇ। ਇਕਾਂਤਵਾਸ ਰੱਖਿਆ ਹੀ ਜਾਏਗਾ 21 ਦਿਨਾਂ ਦੇ ਲਈ ਜੋ ਇਕਾਂਤਵਾਸ ਸਰਕਾਰੀ ਕੇਂਦਰ ਬਣਾਏ ਗਏ ਨੇ ਜਿਹੜੀ ਥਾਵਾਂ ਤੇ, ਪਰ ਨਾਲ ਦੀ ਨਾਲ ਸਾਰਿਆਂ ਦੇ ਹੀ ਟੈਸਟ ਕਰਨੇ ਯਕੀਨੀ ਬਣਾਏ ਜਾਣ। ਸਿਹਤ ਵਿਭਾਗ ਨੂੰ ਇਹ ਵੀ ਗੱਲ ਕਹੀ ਗਈ ਹੈ ਨਾਲ ਦੀ ਨਾਲ, ਚਾਹੇ ਕਿ ਉਸ ਵਿਅਕਤੀ ਦੇ ਜਿਹੜਾ ਵੀ ਦੂਸਰੇ ਕਿਸੇ ਸੂਬੇ ਤੋਂ ਆ ਰਿਹਾ, ਚਾਹੇ ਉਸ ਸੂਬੇ ਦੇ ਵਿੱਚ ਪਹਿਲਾਂ ਟੈਸਟ ਹੋ ਚੁੱਕਿਆ ਹੋਵੇ, ਪਰ ਫਿਰ ਵੀ ਜਦੋਂ ਵੀ ਕੋਈ ਵੀ ਹੁਣ ਬਾਹਰਲੇ ਸੂਬੇ ਤੋਂ ਕੋਈ ਵੀ ਵਿਅਕਤੀ ਚਾਹੇ ਪੰਜਾਬ ਦਾ ਹੀ ਰਹਿਣ ਵਾਲਾ ਵਾਪਸ ਆਪਣੇ ਘਰ ਹੀ ਆ ਰਿਹਾ, ਅਗਰ ਦੂਜੇ ਸੂਬੇ ਵਿੱਚ ਉਸਦਾ ਟੈਸਟ ਹੋਇਆ ਵੀ ਹੈ, ਉੱਥੇ ਨੈਗੇਟਿਵ ਆਇਆ ਵੀ ਹੈ, ਉਸਦੇ ਬਾਵਜੂਦ ਜਦੋਂ ਪੰਜਾਬ ਵਿੱਚ ਐਂਟਰ ਕਰੇਗਾ ਤਾਂ ਉਸਦਾ ਟੈਸਟ ਹੋਏਗਾ, ਉਸਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਹੀ ਉਸਨੂੰ ਘਰ ਭੇਜਿਆ ਜਾ ਸਕੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਆਊਟਸੋਰਸਿੰਗ ਦੇ ਆਧਾਰ ਤੇ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮਹੱਤਵਪੂਰਨ ਅਸਾਮੀਆਂ ਦੀ ਨਿਯੁਕਤੀ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਇਹ ਇਸੇ ਕਰਕੇ ਇਹ ਚੀਜ਼ ਕੀਤੀ ਗਈ ਹੈ ਤਾਂ ਕਿ ਵੀ ਕਿਸੇ ਵੀ ਤਰ੍ਹਾਂ ਦੀ ਸਟਾਫ ਦੀ ਕਮੀ ਮਹਿਸੂਸ ਨਾ ਹੋਵੇ, ਕਿਉਂਕਿ ਇੱਕਦਮ ਜੋ ਚੀਜ਼ਾਂ ਵੱਧ ਰਿਹਾ ਤੇ ਆਬਵੀਅਸ ਹੈ ਕਿ ਹਸਪਤਾਲਾਂ ਵਿੱਚ ਜਾਂ ਅਗਰ ਉੱਥੋਂ ਦੇ ਅਧਿਕਾਰੀਆਂ ਵੱਲੋਂ ਗੱਲ ਕੀਤੀ ਜਾ ਰਹੀ ਹੋਏਗੀ ਕਿ ਸਟਾਫ ਦੀ ਕਮੀ ਹੈ ਜਾਂ ਕਿਹਨਾਂ ਚੀਜ਼ਾਂ ਦੀ ਕਮੀ ਹੈ, ਉਸੇ ਨੂੰ ਦੇਖਦਿਆਂ ਹੋਇਆ ਜੋ ਹਰ ਮਹੱਤਵਪੂਰਨ ਅਸਾਮੀਆਂ ਦੀ ਨਿਯੁਕਤੀ ਦੀ ਮਨਜ਼ੂਰੀ ਹੁੰਦੀ ਦਿੱਤੀ ਗਈ ਹੈ, ਕਿਉਂਕਿ ਲੈਬਸ ਨੂੰ ਲੈ ਕੇ ਟੈਸਟਿੰਗ ਨੂੰ ਲੈ ਕੇ ਜਿੰਨੀ ਜ਼ਿਆਦਾ ਮੈਨ ਪਾਵਰ ਹੋਏਗੀ ਉਨਾ ਜ਼ਿਆਦਾ ਜੋ ਕੰਮ ਤੇਜ਼ੀ ਨਾਲ ਹੋ ਸਕੇਗਾ। ਸੋ ਉਸੇ ਦੇ ਚੱਲਦਿਆਂ ਇਹ ਮਨਜ਼ੂਰੀ ਤੁਹਾਨੂੰ ਫਿਰ ਤੋਂ ਦੱਸਦਾ, ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮਹੱਤਵਪੂਰਨ ਅਸਾਮੀਆਂ ਦੀ ਨਿਯੁਕਤੀ ਦੀ ਮਨਜ਼ੂਰੀ ਦਿੱਤੀ ਗਈ ਹੈ। ਤੇ ਤੁਹਾਨੂੰ ਇਸ ਦੇ ਨਾਲ ਹੀ ਜੋ ਲਗਾਤਾਰ ਇਹ ਚੀਜ਼ਾਂ ਹੁਣ ਇਹ ਵੀ ਆ ਰਹੀਆਂ ਨੇ ਕਿ ਅਗਰ ਸ਼ਰਧਾਲੂ ਨੂੰ ਲੈ ਕੇ ਗੱਲ ਕਰ ਰਹੇ ਹਾਂ ਤਾਂ ਮਹਾਰਾਸ਼ਟਰ ਸਰਕਾਰ ਹੁਣ ਜੋ ਬਾਰ-ਬਾਰ ਇਹ ਚੀਜ਼ ਕਹਿ ਰਹੀ ਹੈ ਕਿ ਜਿੰਨੇ ਡਰਾਈਵਰ ਸ਼ਰਧਾਲੂਆਂ ਨੂੰ ਪੰਜਾਬ ਵਿੱਚ ਛੱਡ ਕੇ ਆਏ ਨੇ ਉਹਨਾਂ ਵਿੱਚੋਂ ਕੁਝ ਦੇ ਜੋ ਪੋਜ਼ਿਟਿਵ ਆਏ ਨੇ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਉਹਨਾਂ ਦੇ ਜੋ ਨੰਦੇੜ ਸਾਹਿਬ ਏਰੀਆ ਹੈ ਉੱਥੇ ਪਹਿਲਾਂ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਸੀ ਤੇ ਪੰਜਾਬ ਤੋਂ ਜੋ ਡਰਾਈਵਰ ਆਏ ਨੇ ਉਹ ਹੁਣ ਉੱਥੇ ਪੋਜ਼ਿਟਿਵ ਆਏ ਨੇ ਅਤੇ ਹੋਰ ਵੀ ਕਈ ਕੇਸਿਸ ਹੁਣ ਪੋਜ਼ਿਟਿਵ ਪਾਏ ਗਏ ਨੇ। ਸੋ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਣ ਦੀ ਜੋ ਨਵੀਂ ਸਿਆਸਤ ਹੈ ਸ਼ੁਰੂ ਹੋ ਗਈ ਹੈ। ਸੂਬੇ ਇੱਕ ਦੂਜੇ, ਮਹਾਰਾਸ਼ਟਰ ਸਰਕਾਰ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ, ਪੰਜਾਬ ਸਰਕਾਰ ਮਹਾਰਾਸ਼ਟਰ ਸਰਕਾਰ ਨੂੰ ਕਹਿ ਰਹੀ ਹੈ। ਸੋ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਜਾਂ ਇੱਕ ਦੂਸਰੇ ਦੇ ਉੱਪਰ ਜੋ ਹੈ ਸਵਾਲ ਚੱਕਣ ਦਾ ਨਹੀਂ ਹੈ। ਇੱਥੇ ਹੈ ਕਿ ਗਲਤੀ ਕਿੱਥੇ ਰਹਿ ਗਈ, ਕਿੱਥੇ ਗਲਤੀ ਸੀਗੀ ਜਿਸ ਨੂੰ ਅੱਗੋਂ ਦੁਹਰਾਇਆ ਨਾ ਜਾਏ, ਉਸਦੇ ਉੱਪਰ ਕੰਮ ਕੀਤਾ ਜਾਏ। ਰਣਨੀਤੀ ਇਸ ਤਰ੍ਹਾਂ ਦੀ ਬਣਾਈ ਜਾਏ ਕਿ ਅੱਗੋਂ ਉਹ ਗਲਤੀਆਂ ਨਾ ਹੋਣ, ਅੱਗੋਂ ਅਜਿਹਾ ਨਾ ਹੋਵੇ, ਕਿਉਂਕਿ ਅਗਰ ਇਹ ਜੀ ਗਲਤੀ ਫਿਰ ਹੁੰਦੀ ਹੈ, ਚਾਹੇ ਮਹਾਰਾਸ਼ਟਰ ਸਰਕਾਰ ਵੱਲੋਂ ਹੋਈ ਹੋਵੇ ਚਾਹੇ ਪੰਜਾਬ ਸਰਕਾਰ ਵੱਲੋਂ ਹੋਈ, ਚਾਹੇ ਅਸੀਂ ਓਵਰਆਲ ਇੰਡੀਆ ਦੀ ਗੱਲ ਕਰੀਏ, ਕਿਤੇ ਵੀ ਅਗਰ ਅਜਿਹੀ ਗਲਤੀ ਹੁੰਦੀ ਹੈ ਤਾਂ ਜੋ ਨਤੀਜੇ ਨੇ ਉਹ ਬਹੁਤ ਹੀ ਹੁਣ ਅੱਗੋਂ ਖਤਰਨਾਕ ਹੋ ਜਾਣਗੇ ਅੱਗੋਂ। ਇਸ ਦੇ ਨਾਲ ਹੀ ਦੱਸੀਏ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ ਜੀ,
ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਇਹ ਗੱਲ ਵੀ ਕਲੀਅਰ ਕਰਦਾ ਕਿ ਜੋ ਜਿੰਨੀ ਵੀ ਛੁੱਟ ਦਿੱਤੀ ਜਾ ਰਹੀ ਹੈ, ਖੁੱਲ੍ਹ ਦਿੱਤੀ ਜਾ ਰਹੀ ਹੈ, ਹੁਣ ਸ਼ੁਰੂ ਹੋਈ ਹੈ ਜੋ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਜੋ ਖੁੱਲ੍ਹ ਹੋਏਗੀ ਉਹ ਸਿਰਫ ਔਰ ਸਿਰਫ ਔਰੇਂਜ ਅਤੇ ਗ੍ਰੀਨ ਜ਼ੋਨ ਦੇ ਵਿੱਚ ਹੋਏਗੀ। ਤੇ ਇਹ ਸਰਕਾਰ ਵੱਲੋਂ ਹੁਣ ਜੋ ਹੈ ਜ਼ਰੂਰ ਇਹ ਵੀ ਹੁਣ ਗੱਲ ਬਣਦੀ ਹੈ ਕਿ ਜੋ ਟਾਈਮਲੀ ਹੈ ਜ਼ੋਨਸ ਦੀ ਕੈਟਾਗਰੀ ਦਿੱਤੀ ਜਾਵੇ, ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਲੋਕਾਂ ਨੂੰ ਕਲੀਅਰ ਹੋਵੇ, ਕਿਉਂਕਿ ਹਰ ਰੋਜ਼ ਜੋ ਹੈ ਅੰਕੜੇ ਚੇਂਜ ਹੋ ਰਹੇ ਨੇ। ਅੱਜ ਅਸੀਂ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ 208 ਕੇਸ ਨੇ, ਤਾਂ ਆਟੋਮੈਟਿਕਲੀ ਜੋ ਹੈ ਹੁਣ ਰੈੱਡ ਜ਼ੋਨ ਦੇ ਵਿੱਚ ਆ ਜਾਂਦਾ ਏਰੀਆ। ਸੋ ਪਹਿਲਾਂ ਤੱਕ ਜੋ ਕੇਂਦਰ ਵੱਲੋਂ ਸੂਚੀ ਬਣ ਕੇ ਆਈ ਸੀ ਉਸ ਦੇ ਵਿੱਚ ਸਿਰਫ ਪਟਿਆਲਾ, ਜਲੰਧਰ ਅਤੇ ਲੁਧਿਆਣਾ ਸੀਗੇ, ਲੇਕਿਨ ਅਸੀਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਲਿਸਟ ਬਣਾ ਕੇ ਆਈ ਹੈ ਵੈਸੇ ਹਰ ਹਫਤੇ ਰੀਨਿਊ ਹੋਇਆ ਕਰੇਗੀ, ਪਰ ਜਿਸ ਤਰ੍ਹਾਂ ਨਾਲ ਇਹ ਅੰਕੜੇ ਵੱਧ ਰਹੇ ਨੇ ਉਸ ਨੂੰ ਦੇਖਦਿਆਂ ਹੋਇਆ ਇਹ ਚੇਂਜ ਹੋ ਕੇ ਲੋਕਾਂ ਤੱਕ ਜ਼ਰੂਰ ਤਾਜ਼ਾ ਅਪਡੇਟ ਪਹੁੰਚਦਾ ਰਹਿਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕਲੀਅਰ ਹੋਵੇ। ਕਿਉਂਕਿ ਇਸ ਥਾਂ ਤੇ ਅਗਰ ਲੋਕ ਕਲੀਅਰ ਨਹੀਂ ਹੋਣਗੇ, ਮਾਰਕੀਟਸ ਵਿੱਚ ਇਕੱਠ ਹੋ ਜਾਏਗਾ, ਲੋਕਾਂ ਦੀ ਭੀੜ ਇਕੱਠੀ ਹੋਏਗੀ ਤਾਂ ਲੋਕ ਰੈੱਡ ਏਰੀਆ, ਹੁਣ ਜਿਵੇਂ ਅੰਮ੍ਰਿਤਸਰ ਦੀ ਗੱਲ ਕਰੀਏ, ਇਹ ਵੀ ਹੁਣ ਰੈੱਡ ਜ਼ੋਨ ਦੇ ਵਿੱਚ ਹੀ ਆ ਜਾਏਗਾ। ਅਸੀਂ ਸਿਰਫ ਅੰਮ੍ਰਿਤਸਰ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਪਟਿਆਲਾ, ਜਲੰਧਰ ਜਾਂ ਲੁਧਿਆਣਾ, ਅਗਰ ਲੋਕਾਂ ਦੇ ਜ਼ਿਹਨ ਵਿੱਚ ਇਹੀ ਹੋਏ ਕਿ ਸਿਰਫ ਜੋ ਰੈੱਡ ਜ਼ੋਨ ਦੀ ਲਿਸਟ ਆਈ ਹੈ ਜੀ ਉਸ ਦੇ ਵਿੱਚ ਪਟਿਆਲਾ, ਜਲੰਧਰ ਤੇ ਲੁਧਿਆਣਾ ਹੈ, ਤਾਂ ਨਹੀਂ, ਤੁਸੀਂ ਇਸ ਭੁਲੇਖੇ ਵਿੱਚ ਨਹੀਂ ਰਹਿਣਾ। ਪਰ ਇੱਥੇ ਸਰਕਾਰ ਦੀ ਡਿਊਟੀ ਇੱਥੇ ਇਹ ਵੀ ਬਣ ਜਾਂਦੀ ਹੈ ਕਿ ਲੋਕਾਂ ਨੂੰ ਚੀਜ਼ ਕਲੀਅਰ ਕੀਤਾ ਜਾਏ, ਬਜਾਏ ਕਿ ਕੱਲ ਨੂੰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਏ, ਬਾਅਦ ਵਿੱਚ ਉਹਨਾਂ ਦੇ ਉੱਪਰ ਕੇਸ ਕਰ ਦਿੱਤੇ ਜਾਣ। ਸੋ ਇਸ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਰੈੱਡ ਜ਼ੋਨ ਦਾ ਮਤਲਬ ਹੈ ਕਿ ਉੱਥੇ ਬਹੁਤ ਜ਼ਿਆਦਾ ਕੇਸ ਨੇ, ਲਗਾਤਾਰ ਜੋ ਹੈ ਕੁਝ ਘੰਟਿਆਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਆਏ ਨੇ, ਉਹ ਰੈੱਡ ਜ਼ੋਨ ਹੈ। ਤੇ ਇਸੇ ਲਈ ਹੁਣ ਅੰਮ੍ਰਿਤਸਰ ਵੀ ਰੈੱਡ ਜ਼ੋਨ ਦੇ ਵਿੱਚ ਹੈ, ਉੱਥੇ ਵੀ ਜੋ ਹੁਣ ਨਹੀਂ ਹੋਣੀਆਂ ਚਾਹੀਦੀਆਂ ਇਹ ਛੋਟਾਂ ਜੋ 9 ਵਜੇ ਤੋਂ ਲੈ ਕੇ 1 ਵਜੇ ਤੱਕ। ਪਰ ਹੁਣ ਇਹ ਹੁਕਮ ਕਦੋਂ ਤੱਕ ਜੋ ਉੱਥੋਂ ਦੇ ਜ਼ਿਲ੍ਹਾ ਅਧਿਕਾਰੀਆਂ ਤੱਕ ਪਹੁੰਚਣਗੇ, ਡੀਸੀ ਅੱਗੋਂ ਕਿਸ ਤਰੀਕੇ ਨਾਲ ਉਸ ਨਾਲ ਨਜਿੱਠਣਗੇ, ਲੋਕਾਂ ਤੱਕ ਇਹ ਸੂਚਨਾ ਕਿਵੇਂ ਪਹੁੰਚਾਈ ਜਾਵੇ, ਇਹ ਵੀ ਬਹੁਤ ਵੱਡਾ ਸਵਾਲ ਹੈ ਹੁਣ ਪੰਜਾਬ ਸਰਕਾਰ ਦੇ ਲਈ ਕਿ ਤਾਜ਼ਾ ਹਾਲਾਤਾਂ ਦੀ ਤਾਜ਼ਾ ਅਪਡੇਟਸ ਨਾਲ ਦੀ ਨਾਲ ਜੋ ਭਾਵੇਂ ਟੀਵੀ ਚੈਨਲਸ ਦੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।